खुदावंद यसू मसीह दा लख लख शुक्र है कि अज फिर दोबारा मैंने मौका दिता है। मैं तुहाडे कोल चौथा जिहड़ा इस चैप्टर आ मैरिज लाइफ विद गॉड एंड सैटैनिक लाइफ इन मैरिज ਉਹਦਾ ਜ਼ਿਕਰ ਕਰਨ ਜਾ ਰਹੀ ਹਾਂ, क्योंकि ਅਸੀਂ ਸਿੱਖ ਰਹੇ ਸੀ ਹੁਣ ਤੱਕ कि ਸਾਡੀਆਂ ਜਿਹੜੀਆਂ ਸ਼ਾਦੀशुदा मैरिजेस रिश्ते ਆ ਉਹ ਕਿਉਂ ਟੁੱਟ ਜਾਂਦੇ ਨੇ ਤੇ ਕਿਉਂ ਅਸੀਂ ਕੁਝ ਵੀ ਨਹੀਂ ਕਰ ਪਾਉਂਦੇ ਉਹਨਾਂ ਦੇ ਬਾਰੇ 'ਚ। ਇਹਦੇ ਵਿੱਚ ਮੈਂ ਡਿਸਕਸ ਕਰਾਂਗੀ ਅੱਜ हैप्पी मैरिज कि मैरिज ਜਿਹੜੀ खुशहाल किस तरह काम करती है, तो फिर मैं ਉਹਦੇ ਵਿੱਚ ਜਿਹੜੇ कुछ चैलेंजेस आ ਕਿਹੜੀਆਂ ਚੀਜ਼ਾਂ ਸਾਨੂੰ ਨਹੀਂ ਉਹਦੇ ਵਿੱਚ ਕੰਮ ਕਰਨ ਦਿੰਦੀਆਂ ਉਹਨਾਂ ਨੂੰ ਵੀ डिस्कस करांगी। Men and women are both workaholic. When men and women are both workaholic, but they have to understand that marriage is also like a job, like a business. If you do not work on your marriage, it will eventually go bankrupt. ਅਸੀਂ ਕਹਿੰਦੇ ਕਿ ਬੇਸ਼ੱਕ ਆਦਮੀ ਤੇ ਔਰਤ ਦੋਨੋਂ ਕੰਮਕਾਰ ਦੇ ਨਾਲ ਬੱਝੇ ਹੋਏ ਨੇ, ਉਹਨਾਂ ਨੂੰ ਹਮੇਸ਼ਾ ਕੰਮ ਕਰਦਿਆਂ ਰਹਿਣਾ ਪੈਂਦਾ ਕਿਉਂਕਿ ਕੰਮ ਤੋਂ ਬਗੈਰ ਉਹ ਨਹੀਂ ਜ਼ਿੰਦਗੀ ਦਾ ਗੁਜ਼ਰ ਬਸਰ ਕਰ ਸਕਦੇ। ਤੇ ਇਹ ਵੀ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਕੰਮਕਾਰਾਂ ਦੇ ਵਿੱਚ ਰਿਸ਼ਤਿਆਂ ਨੂੰ ਸੰਭਾਲ ਨਹੀਂ ਪਾਉਂਦੇ ਤੇ ਮੈਰਿਜ ਵੀ ਇੱਕ ਜੌਬ ਦੀ ਤਰ੍ਹਾਂ ਹੈ, ਉਹ ਵੀ ਇੱਕ ਬਿਜ਼ਨਸ ਕਾਰੋਬਾਰ ਦੀ ਤਰ੍ਹਾਂ ਹੈ। ਅਗਰ ਤੁਸੀਂ ਉਹਦੇ ਵਿੱਚ ਐਫਰਟ ਨਹੀਂ ਪਾਵੋਗੇ, ਅਗਰ ਤੁਸੀਂ ਉਹਨੂੰ ਲੁੱਕ ਆਫਟਰ ਨਹੀਂ ਕਰੋਗੇ ਤੇ ਉਹ ਬੈਂਕਰਪਟ ਹੋ ਜਾਏਗੀ, ਭਾਵ ਉਹਦੇ ਵਿੱਚ ਕੁਝ ਵੀ ਨਹੀਂ ਰਹਿ ਜਾਏਗਾ, ਖਾਲੀ ਹੋ ਜਾਏਗੀ। हैप्पी मैरिजेस डोंट जस्ट हैपन, दे टेक वर्क। खुशहाल शादियां ऐ नहीं कि वो अपने आप ही हो जांदियां, उन्होंने खुशहाल रखने ਲਈ ਉਹਨਾਂ ਉੱਤੇ ਕੰਮ ਕਰਨਾ ਪੈਂਦਾ ਹੈ। When you see a happy couple who have been together for many years, understand that is not due to the luck. ਜਦੋਂ ਤੁਸੀਂ ਕੁਝ ਜੋੜੇ ਦੇਖੋ ਕਿ ਜਿਹੜੇ ਉਹਨਾਂ ਦੇ ਸਾਲਾਂ ਬੱਧੀ 25 ਸਾਲ 50 ਸਾਲ ਤੋਂ ਠੀਕ ਠਾਕ ਜੀ ਰਹੇ ਨੇ ਤੇ ਤੁਸੀਂ ਇਹ ਕਦੀ ਵੀ ਨਾ ਸੋਚੋ ਕਿ ਉਹ ਬਹੁਤ ਹੀ ਖੁਸ਼ਕਿਸਮਤ ਹਨ ਇਸ ਕਰਕੇ ਉਹ ਇਕੱਠੇ ਨੇ। It is not because they were made for each other. ਇਹ ਵੀ ਨਹੀਂ ਕਿ ਉਹ ਸਿਰਫ ਇੱਕ ਦੂਜੇ ਲਈ ਬਣਾਏ ਗਏ ਸੀ ਇਸ ਕਰਕੇ ਉਹ ਖੁਸ਼ਹਾਲ ਨੇ, ਔਰ ਬਿਕਾਜ਼ ਦੇ ਆਰ ਏ ਪਰਫੈਕਟ ਮੈਚ, ਜਾਂ ਫਿਰ ਉਹਨਾਂ ਨੇ ਇੱਕ ਦੂਸਰੇ ਨੂੰ ਬਿਲਕੁਲ ਜਿਸ ਤਰ੍ਹਾਂ ਕਹਿੰਦੇ ਕਿ ਹੈਂਡ ਇਨ ਹੈਂਡ ਉਹ ਇੱਕ ਦੂਸਰੇ ਲਈ ਪਰਫੈਕਟ ਮੈਚ ਕੀਤੇ ਗਏ। If we were to able a closer look, we would notice that they are constantly working on their marriage in order to work. ਅਗਰ ਅਸੀਂ ਹੋਰ ਨਜ਼ਦੀਕ ਹੋ ਕੇ ਉਹਨਾਂ ਦੇ ਦੇਖਾਂਗੇ ਤੇ ਅਸੀਂ ਸਿੱਖ ਲਵਾਂਗੇ ਕਿ ਉਹਨਾਂ ਨੂੰ ਹਰ ਵਕਤ ਆਪਣੀ ਮੈਰਿਜ ਉੱਤੇ ਕੰਮ ਕਰਦਿਆਂ ਰਹਿਣਾ ਪੈਂਦਾ। ਅਗਰ ਅਸੀਂ ਉਹਨਾਂ ਨੂੰ ਨੇੜਿਓਂ ਨਜ਼ਦੀਕੋਂ ਉਹਨਾਂ ਨੂੰ ਆਬਜ਼ਰਵ ਕਰਾਂਗੇ ਤਾਂ after 22 years of marriage, a couple, Christian and her husband, continue to work on their relationship. ਇੱਥੇ ਇੱਕ ਜੋੜੇ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦੀ ਸ਼ਾਦੀ ਨੂੰ 22 ਸਾਲ ਹੋ ਗਏ, ਪਰ ਉਹਨਾਂ ਨੂੰ ਉਹ ਕਹਿੰਦੇ ਆ, ਡਿਕਲੇਅਰ ਕਰਦੇ ਆ ਕਿ ਸਾਨੂੰ ਹਰ ਇੱਕ ਪਲ ਆਪਣੀ ਜਿਹੜੀ ਸ਼ਾਦੀशुदा ਜ਼ਿੰਦਗੀ ਉਹਦੇ ਉੱਤੇ ਕੰਮ ਕਰਨਾ ਪੈਂਦਾ ਹੈ। ਅਸੀਂ ਜੇ ਇੱਕ ਪਲ ਵੀ ਆਪਣੀ ਸ਼ਾਦੀशुदा ਜ਼ਿੰਦਗੀ 'ਤੇ ਕੰਮ ਨਾ ਕਰੀਏ, ਅਸੀਂ ਧਿਆਨ ਨਾ ਰੱਖੀਏ ਕਿ ਆਹ ਜਿਹੜਾ ਮੇਰਾ ਲਫ਼ਜ਼ ਆ ਇਹ ਕਿਸ ਤਰੀਕੇ ਦੇ ਨਾਲ ਮੇਰੀ ਸ਼ਾਦੀशुदा ਜ਼ਿੰਦਗੀ ਨੂੰ ਖਰਾਬ ਕਰੇਗਾ, ਤੇ ਅਸੀਂ ਸਾਡੀ ਹੱਥਾਂ ਵਿੱਚੋਂ ਨਿਕਲ ਜਾਏਗੀ ਜਿਹੜੀ ਸਾਡੀ ਜਿਹੜੀ ਪਟੜੀ ਤੋਂ ਸਾਡੀ ਗੱਡੀ ਮੈਰਿਜ ਦੀ ਉਹ ਲੰਬੇ ਹੋ ਜਾਏਗੀ। ਅਸੀਂ ਦੇਖਦੇ ਹਾਂ ਕਿ carelessness, being lazy about taking care of your marriage or forgetting important things are enough to create minor problems. ਇੱਥੇ ਹੈ ਕਿ ਤੁਸੀਂ ਲਾਪਰਵਾਹੀ ਆਪਣੀ ਸ਼ਾਦੀशुदा ਜ਼ਿੰਦਗੀ 'ਚ ਲਾਪਰਵਾਹੀ ਦਾ ਇਸਤੇਮਾਲ ਕਰਨਾ, ਫਿਰ ਇਹ ਕਿ ਤੁਸੀਂ ਸੋਚਣ ਤੋਂ ਵੀ ਸੁਸਤੀ ਕਰਨੀ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਮੇਰੀ ਸ਼ਾਦੀशुदा ਜ਼ਿੰਦਗੀ ਨੂੰ ਖਰਾਬ ਕਰ ਰਹੀਆਂ, ਜਾਂ ਫਿਰ ਅਸੀਂ ਕਹਿ ਰਹੇ ਕਿ ਤੁਸੀਂ ਅਗਰ ਇਹ ਸੋਚਣਾ ਕਿ ਤੁਸੀਂ ਹਰਟ ਕਰਨ ਲਈ ਇੱਕ ਦੂਸਰੇ ਨੂੰ ਮੌਕੇ ਲੱਭਣੇ, ਇਹ ਇਨਫ ਤੀਰ ਆ ਜਿਹੜੇ ਤੁਸੀਂ ਇੱਕ ਸ਼ਾਦੀशुदा ਜ਼ਿੰਦਗੀ ਦੇ ਵਿੱਚ ਸੁੱਟ ਦਿੰਦੇ ਆ। ਉਸ ਤੋਂ ਬਾਅਦ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਘੱਟਦੀ ਨਹੀਂ ਬਲਕਿ ਹੋਰ ਰਸਤਾ ਬਣਾਈ ਜਾਂਦੀ ਹੈ। ਦੈਟ ਇਜ਼ ਵਾਈ ਵੀ ਨੈਵਰ ਨਿਗਲੈਕਟ ਦਿਸ, ਕਿਉਂਕਿ ਇਸੇ ਕਰਕੇ ਅਸੀਂ ਇਹਨੂੰ ਨਿਗਲੈਕਟ ਨਹੀਂ ਕਰ ਸਕਦੇ, ਕਿਉਂਕਿ ਇਹ ਨਿਗਲੈਕਟ ਕੀਤਿਆਂ ਹੋਰ ਅੱਗੇ ਪ੍ਰੋਬਲਮੈਟਿਕ ਹੋਏਗੀ ਐਂਡ ਅਸੀਂ ਜਿਹੜੀ ਜ਼ਿੰਦਗੀ ਦੀ ਸਾਡੀ ਪਟੜੀ ਤੋਂ ਗੱਡੀ ਆ ਉਹ ਬਿਲਕੁਲ ਪਰੇ ਉਰੇ ਹੋ ਜਾਏਗੀ ਤੇ ਅਸੀਂ ਚਾਹੁੰਦੇ ਹੋਏ ਵੀ ਦੁਬਾਰਾ ਉਹਨੂੰ ਪਟੜੀ ਤੇ ਨਹੀਂ ਲੈ ਕੇ ਆ ਪਾਵਾਂਗੇ। ਅਨਫੋਰਚੂਨੇਟਲੀ ਮੈਨੀ ਕਪਲ ਗਿਵ ਅਪ ਰਾਈਟ ਫਰੋਮ ਦ ਵੈਡਿੰਗ ਡੇ
पर दुख की गल ये आ, दुखदायक गल कि कुछ जोड़े आ वो शादी वाले दिन तो ही आह सोचना बंद कर देंगे कि शादीशुदा जिंदगी जी उन्होंने उस तरीके नाल संभालने की लोड़ आ जिस तरह एक अंडा जिहड़ा उबलिया होया नहीं आ, एक अंडा जिहड़ा बिना उबलन तो, क्योंकि जिस तरह एक अंडा किसी वेले भी थोड़ी जी भी ठेस लगी तो टूट जाएगा, इसी तरह भी अगर तुम उन्होंने नहीं संभालोगे तो ज़रूर टूट जाएगा। They act as if they no longer need to make an effort to win each other। ते जोड़े सोचते हैं कि सानू हुण क्योंकि जिहड़ा काम होना सी हो गया ते हुण सानू कोई लोड़ नहीं आ एक दूसरे नू खुश रखण दी, एक दूसरे नू शैतान दे जिहड़े हमले आ उन्हां तो बचाउण दी, एक दूसरे नू दूसरिਆਂ ਦੀਆਂ नज़रां दे विच शर्मिंदा करन दी हुण सानू कोई लोड़ नहीं, क्योंकि जो कुछ होना सी हो चुकिया। as soon as they return from the honeymoon they have problem, क्योंकि देखा जाता कि जो हजे जोड़े की शादी शुरू हुई होंगी वो हनीमून ते गए तो वो वापस जो आते हैं तो उन्होंने जिंदगी दे विच प्रॉब्लम्स होंदियां। ओके वी आर मैरिड द जॉब इज डन, क्यों? क्योंकि वो सोच लेंदे हैं कि शादी करना एक जॉब सी, एक काम सी, हुण शादी हो गया तो जॉब डन, तो हुण सानू एक इनू लुक आफ्टर करन दी, संभालन दी, प्रोटेक्ट करन दी जिहड़ी लोड़ आ वो नहीं। मैन इन पर्टिकुलर टेंड टू डू दिस। इत्थे राइटर कहंदा है कि ज़्यादातर आदमी ये सोचते हैं। फॉर अस द पीरियड फ्रॉम द फर्स्ट कॉन्वरसेशन इज़ अप टू द हनीमून इज़ मोस्ट इंटरस्टिंग फॉर आवर कंपैटिटिव नेचर। इत्थे राइटर कहंदा है कि मैं खुद आदमी हाँ, कहंदा मैं अपनी नेचर नूं बहुत अच्छी तरह समझदा, कहंदा कि आदमी दी नेचर आ जो पहली बारी सैट करदा अपनी अखां किसी भी मतलब औरत उत्ते, कहंदा उस तो पिछों ये सोच लैंदा कि मैं हुण आ जिहड़ी मतलब मेरी तार आ इहनूं मैं हनीमून तक किद्दां पहुंचाउणा, एंड उस तो बाद उहदी सारी ताकत उत्थे तक पहुंचण ते खर्च कर लैंदा, और सारी ताकत उस सिचुएशन नूं बन्नण तक उहनूं अच्छी तरीके ब्रिज करन नूं अपनी कन्वरसेशन उत्ते ओह यूज़ कर लैंदा। Men in particular, it's exciting to know that she's willing to go out with us। ਉਹ ਬੜਾ ਇਸ ਚੀਜ਼ ਉੱਤੇ ਖੁਸ਼ ਹੁੰਦਾ ਹੈ ਕਿ ਮੈਂ ਉਹਨੂੰ ਕਨਵਰਸੇਸ਼ਨ 'ਚ ਆਪਣੇ ਨਾਲ ਗੱਲਾਂ ਬਾਤਾਂ ਦੇ ਵਿੱਚ ਬੰਨ੍ਹ ਲਿਆ ਤੇ ਇਹ ਬੜੀ ਅੱਛੀ ਗੱਲ ਹੋ ਗਈ ਕਿਉਂਕਿ ਉਹ ਹੁਣ ਮੇਰੇ ਹੱਥਾਂ ਵਿੱਚ ਕੰਟਰੋਲ ਹੈ। And she is hooked and things are awesome, क्योंकि वो बज गई आ, वो hooked up हो गई आ, मतलब ਉਹਨੂੰ ਮੇਰੀ ਆਦਤ ਪੈ ਗਈ ਆ ਤੇ बस ਹੁਣ सब कुछ ठीक ही ठीक होना, इस तो अगे कुछ भी ਜਿਹੜਾ ਉਹ गलत नहीं हो सकता। It's a sort of like a game for men। ਆਦਮੀ ਲਈ ਇੱਕ ਤਰ੍ਹਾਂ ਨਾਲ ਗੇਮ ਆ ਕਿ ਅਸੀਂ ਜਿੰਨਾ ਵਧੀਆ ਪਲੇ ਕਰ ਸਕਦੇ ਆ ਇਹਨੂੰ ਉਨਾ ਹੀ ਅਸੀਂ ਆਪਣੇ ਆਪ ਨੂੰ ਇਹਦੀ ਦੇ ਸਕਦੇ ਆ ਟੈਪ ਔਨ ਦ ਬੈਕ ਕਿ ਪਤਾ ਨਹੀਂ ਅਸੀਂ ਇਹ ਬਹੁਤ ਵਧੀਆ ਖੇਡ ਸਕਦੇ ਆ, ਇਸ ਕਰਕੇ ਅਸੀਂ ਹਮੇਸ਼ਾ ਇਹਦੇ ਵਿੱਚ ਜਿੱਤਣਾ। women, ਇੱਥੇ ਹੁਣ ਔਰਤਾਂ ਦੀ ਗੱਲ ਹੋ ਰਹੀ, I'm just being honest, it's our nature। ਔਰਤਾਂ ਕਹਿੰਦੀਆਂ ਕਿ ਮੈਂ ਜੋ ਕੁਝ ਕਹਿਣਾ ਕਹਿ ਦੇਣਾ ਕਿਉਂਕਿ ਇਹ ਮੇਰੀ ਆਦਤ ਦਾ ਹਿੱਸਾ ਆ। ਉਹ ਕਹਿਣਾ ਸ਼ੁਰੂ ਹੋ ਜਾਂਦੀ ਹੈ ਕਿ ਮੈਂ ਬੋਲਣਾ ਆ ਕਿਉਂਕਿ ਮੈਨੂੰ ਮੈਂ ਬੋਲ ਕੇ ਆਪਣੇ ਜਿਹੜੇ ਐਕਸਪ੍ਰੈਸਿਸ ਆ ਉਹਨਾਂ ਨੂੰ ਸ਼ੇਅਰ ਕਰਦੀ ਹਾਂ, ਐਂਡ ਮੈਂ ਬੋਲ ਕੇ ਦੱਸਣਾ ਕਿ ਮੈਂ ਕਿਸ ਤਰ੍ਹਾਂ ਫੀਲ ਕਰਦੀ ਹਾਂ। You will get a better understanding of this later on। ਔਰਤਾਂ ਸੋਚਦੀਆਂ ਕਹਿੰਦੀਆਂ ਹੈ ਕਿ ਤੈਨੂੰ ਮੇਰੀ ਸਮਝ ਪੈ ਜਾਏਗੀ ਕਿ ਮੈਂ ਜੋ ਕੁਝ ਕਹਿੰਦੀ ਆ ਉਹ ਮੈਂ ਜ਼ਰੂਰ ਕਹਿਣਾ ਹੈ ਤੇ ਤੈਨੂੰ ਇਹਦੀ ਜਿਹੜੀ ਆ later on ਸਮਝ ਪੈ ਜਾਏਗੀ। And so our wedding day is like a trophy presentation ceremony। ਤੇ ਸ਼ਾਦੀ ਦਾ ਜਿਹੜਾ ਦਿਨ ਆ ਉਹ ਸਿਰਫ ਇੱਕ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਇੱਕ ਗ੍ਰੈਜੂਏਸ਼ਨ ਸੈਰੇਮਨੀ ਹੁੰਦੀ ਹੈ ਨਾ ਕਿ ਸਰਟੀਫਿਕੇਟ ਲੈਣਾ, ਉਹ ਇੱਕ ਗ੍ਰੈਜੂਏਸ਼ਨ ਸੈਰੇਮਨੀ ਵਰਗਾ ਦਿਨ ਹੋ ਕੇ ਰਹਿ ਜਾਂਦਾ ਕਿ ਬਸ ਸਰਟੀਫਿਕੇਟ ਲੈਣਾ ਸੀ ਉਹ ਲੈ ਲਿਆ, ਉਸ ਤੋਂ ਪਿੱਛੇ ਉਹਨੂੰ ਕਾਰਨਰ ਵਿੱਚ ਰੱਖ ਦਿਓ, ਕੋਈ ਜ਼ਰੂਰਤ ਨਹੀਂ ਆ ਉਹਨੂੰ ਅੱਛੇ ਤਰੀਕੇ ਦੇ ਨਾਲ ਸੰਭਾਲਣ ਦੀ, ਉਹ ਬਸ ਕਰ ਲਈ ਹੋ ਗਿਆ। When a winner receives a trophy, he puts it on the shelf and it becomes part of his past। क्योंकि बिल्कुल उसी तरह जिस तरह जो एक एथलीट ਜਿਹੜਾ ਉਹ ਇੱਕ ਟਰੋਫੀ ਨੂੰ ਜਿੱਤਦਾ ਹੈ ਤਾਂ ਉਸ ਤੋਂ ਪਿੱਛੋਂ ਲਿਆ ਕੇ ਬਾਕੀ ਦੀਆਂ ਟਰੋਫੀਆਂ ਦੇ ਕੋਲ ਰੱਖ ਦਿੰਦਾ ਹੈ ਤੇ ਉਹਦੀ ਹਿਸਟਰੀ ਬਣ ਜਾਂਦੀ ਹੈ, ਉਹਦੀ ਜ਼ਿੰਦਗੀ ਵਿੱਚ ਉਹਦਾ ਅਤੀਤ ਦਾ ਹਿੱਸਾ ਬਣ ਜਾਂਦੀ ਹੈ। ਫਿਰ ਅਨਫੋਰਚੂਨੇਟਲੀ ਮੈਰਿਜ ਇਜ਼ ਨੋਟ ਲਾਈਕ ਦੈਟ। ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਸ਼ਾਦੀ ਐਕਚੁਅਲੀ ਇੱਕ ਟਰੋਫੀ ਨਹੀਂ ਆ।
दिस इज़ वाई मैनी मैन डू दिस विद देयर वाइव्स आफ्टर मैरिज। आही गल है कि काफ़ी शादी तो बाद अक्सर आदमी ਇਹ ਕਰਦੇ ਦੇਖੇ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਕੁਝ ਵੀ ਗਲਤ ਨਹੀਂ ਹੋ ਸਕਦਾ ਕਿਉਂਕਿ ਮੇਰਾ ਮੈਂ ਜਿਹੜਾ ਕੰਮ ਕਰਨਾ ਸੀ ਉਹ ਕਰ ਚੁੱਕਿਆ। We think the game is over. That's the hard work of conquering her has finally come to an end. ਕਿਉਂਕਿ ਉਹ ਸੋਚਣਾ ਸ਼ੁਰੂ ਕਰ ਦਿੰਦਾ ਹੈ ਕਿ ਉਹਨੂੰ ਮੇਰਾ ਪਟਣਾ ਮਤਲਬ ਮੈਂ ਉਹਨੂੰ ਪਟਣਾ ਪੱਟ ਕੇ ਆਪਣੇ ਤਰੀਕੇ ਦੇ ਵਿੱਚ ਢਾਲਣਾ ਆਪਣੇ ਸੋਚ ਦੇ ਮੁਤਾਬਿਕ ਉਹਨੂੰ ਸੋਚਣ ਲਾਉਣਾ ਇਹ ਬੜਾ ਔਖਾ ਕੰਮ ਸੀ। ਅਗਰ ਮੈਂ ਇਹ ਕਰ ਲਿਆ ਤੇ ਮੈਂ ਬਾਕੀ ਜ਼ਿੰਦਗੀ ਵਿੱਚ ਕੁਝ ਵੀ ਕਰ ਸਕਦਾ। ਇਹ ਭੁਲੇਖਾ ਜਿਹੜਾ ਉਹਨੂੰ ਉਹਦੇ ਵਿੱਚ ਆ ਪੈ ਜਾਂਦਾ ਨਾ ਕਿ ਮੈਂ ਕੁਝ ਵੀ ਕਰ ਸਕਦਾ, ਦਰਅਸਲ ਇਹ ਉਹਦੀ ਡਾਊਨਫੋਲ ਬਣ ਜਾਂਦਾ। We have even got a piece of paper to prove it, our marriage license. ਤੇ ਉਹ ਆਪਣੇ ਇਸ ਤਰ੍ਹਾਂ ਦੇ ਵਤੀਰੇ ਦਾ ਕਈ ਵਾਰੀ ਕਾਰਨ ਆਪਣੇ ਮੈਰਿਜ ਸਰਟੀਫਿਕੇਟ ਨੂੰ ਵੀ ਦਿਖਾਉਂਦਾ ਕਿ ਮੈਂ ਅੱਜ ਇਸ ਤਰ੍ਹਾਂ ਇਹਦੇ ਨਾਲ ਬੋਲ ਰਿਹਾ, ਮੈਂ ਕਿਹੜਾ ਹੁਣ ਇਹ ਕਿਹੜਾ ਮੇਰੀ ਗਰਲਫ੍ਰੈਂਡ ਆ ਜਾਂ ਮੈਂ ਇਹਦਾ ਬॉयਫ੍ਰੈਂਡ ਆ, ਉਹ ਮੇਰੀ ਵਾਈਫ ਆ। ਇਹ ਸਾਡੀ ਮੈਰਿਜ ਦਾ ਹਿੱਸਾ ਹੁੰਦਾ ਇੱਕ ਦੂਸਰੇ ਨਾਲ ਲੜਨਾ ਝਗੜਨਾ, ਉਹਨਾਂ ਦਾ ਨਾ ਖਿਆਲ ਰੱਖਣਾ। ਇਹ ਸ਼ਾਦੀशुदा ਲੋਕਾਂ ਦੀ ਜ਼ਿੰਦਗੀ ਉਹਦਾ ਦਿਮਾਗ ਇੱਕ ਇਸ ਚੀਜ਼ ਨੂੰ ਦੇ ਨਾਲ ਜੁੜਿਆ ਹੋਇਆ ਹੁੰਦਾ। Let us give a friendly word of caution. The game has just begun. ਇੱਥੇ ਬੜੀ ਇੱਕ ਜਿਹੜੀ ਇੰਟਰਸਟਿੰਗ ਗੱਲ ਕਹੀ ਹੈ ਰਾਈਟਰ ਨੇ ਕਿ ਅਜੇ ਤੱਕ ਜਿਸ ਤਰ੍ਹਾਂ ਨਹੀਂ ਕਿ ਅਜੇ ਤੱਕ ਪਾਰਟੀ ਸ਼ੁਰੂ ਹੋਈ ਹੈ ਕਿ ਹੁਣ ਤੇ ਐਕਚੁਅਲੀ ਗੇਮ ਜਿਹੜੀ ਆ ਉਹ ਸ਼ੁਰੂ ਹੋਈ ਹੈ, ਇਹ ਓਵਰ ਨਹੀਂ ਆ। The game has just begun. If we stop working on our marriage, we will lose the game. ਅਗਰ ਅਸੀਂ ਇਹਦੇ ਉੱਤੇ ਕੰਮ ਨਹੀਂ ਕਰਾਂਗੇ ਤਾਂ ਇਹ ਗੇਮ ਬਹੁਤ ਜਲਦੀ ਜਿਹੜੀ ਆ ਨਾ ਇਹ ਉਲਟਾ ਪੜ ਜਾਏਗੀ, ਇਹ ਸਾਡੇ ਕੰਟਰੋਲ ਤੋਂ ਬਾਹਰ ਹੋ ਜਾਏਗੀ। This is the difference between marriage and a game. ਸ਼ਾਦੀ ਵਿੱਚ ਤੇ ਖੇਡੀ ਹੋਈ ਕੋਈ ਵੀ ਜਿਹੜੀ ਗੇਮ ਆ ਉਹਦੇ ਵਿੱਚ ਇਹ ਫਰਕ ਹੁੰਦਾ। ਹੁਣ ਅਸੀਂ ਇਹ ਤੇ ਫੈਕਟਰ ਸਟੱਡੀ ਕਰ ਲਏ ਜਿਹੜੀ ਮਤਲਬ ਅਸੀਂ ਮੈਰਿਜ ਦੇ ਫੈਕਟਸ, ਪਰ ਅਸੀਂ ਇਹ ਦੇਖਣਾ ਹੈ ਕਿ ਜਦੋਂ ਇੱਕ ਕੁੜੀ ਆ ਸੋਚਣਾ ਸ਼ੁਰੂ ਕਰੇ ਕਿ ਮੈਂ ਅਗਰ ਜ਼ਿਆਦਾ ਮੇਰੇ ਹਸਬੈਂਡ ਦਾ ਖਿਆਲ ਰੱਖਾਂ, ਮੈਂ ਅਗਰ ਹਰ ਵਕਤ ਇਹਦੇ ਨਾਲ ਚਿਪਕੀ ਰਵਾਂ ਕਿ ਸ਼ਾਇਦ ਇਹ ਕੰਮ ਕਰੂਗਾ, ਅਸੀਂ ਇਹ ਵੀ ਦੇਖਣਾ। Some women do not always realize that whenever they get clingy, they push men away. Husband will rarely put up with a direct attack from their wives. ਕਦੇ ਕਦੇ ਔਰਤਾਂ ਇਹ ਬੜੀ ਵੱਡੀ ਗਲਤੀ ਕਰਦੀਆਂ ਕਿ ਉਹ ਹਰ ਸਿਚੁਏਸ਼ਨ ਦੇ ਵਿੱਚ ਆਪਣੇ ਹਸਬੈਂਡ ਦੇ ਨਾਲ ਚਿਪਕਣ ਦੀ ਕੋਸ਼ਿਸ਼ ਕਰਦੀਆਂ। ਫਿਰ ਕੀ ਹੁੰਦਾ ਕਿ ਹਸਬੈਂਡ ਇਸ ਚੀਜ਼ ਨੂੰ ਅਟੈਕ ਮੰਨਦੇ ਕਿ ਹਰ ਸਿਚੁਏਸ਼ਨ ਦੇ ਵਿੱਚ ਹੀ ਮੇਰੇ ਨਾਲ ਮੈਨੂੰ ਕਦੀ ਵੀ ਮੇਰੇ ਆਪਣੇ ਆਪ ਲਈ ਕੋਈ ਟਾਈਮ ਜਰਾ ਵੀ ਨਹੀਂ ਦੇ ਰਹੀ। Soon when they give themselves a little bit of time, then the men become more interested in them and felt close to them and start asking them to be with each other. ਇੱਥੇ ਦੇਖਿਆ ਕਿ ਜਦੋਂ ਥੋੜਾ ਜਿਹਾ ਆਪਣੇ ਆਪ ਲਈ ਸਪੇਸ ਬਣਾ ਲੈਂਦੀਆਂ, ਟਾਈਮ ਬਣਾ ਲੈਂਦੀਆਂ, ਆਪਣੇ ਆਪ ਨੂੰ ਬਿਜ਼ੀ ਕਰ ਲੈਂਦੀਆਂ ਤੇ ਉਹਨਾਂ ਦੇ ਜਿਹੜੇ ਹਸਬੈਂਡ ਆ ਉਹ ਉਹਨਾਂ ਦੇ ਵਿੱਚ ਜ਼ਿਆਦਾ ਇੰਟਰਸਟ ਲੈਣਾ ਸ਼ੁਰੂ ਕਰ ਲੈਂਦੇ ਤੇ ਉਹਨਾਂ ਦੀ ਜਿਹੜੀ ਕਿਉਂਕਿ ਉਹਨਾਂ ਦਾ ਜਿਹੜਾ ਵਤੀਰਾ ਆ ਉਹਨਾਂ ਨੂੰ ਕੰਮ ਕਰਦਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਲਾਈਕਿੰਗ ਡਿਸਲਾਈਕਿੰਗ, ਜਦੋਂ ਜਿੰਨਾ ਚਿਰ ਇੱਥੇ ਅਸੀਂ ਦੇਖਿਆ ਆ ਕਿ ਜਿਹੜੇ ਹਸਬੈਂਡ ਵਾਈਫ ਨੂੰ ਇੱਕ ਦੂਸਰੇ ਦੀ ਲਾਈਕਿੰਗ ਡਿਸਲਾਈਕਿੰਗ ਦਾ ਨਹੀਂ ਪਤਾ, ਉਹਦੇ ਤੇ ਉਹ ਕੰਮ ਨਹੀਂ ਕਰਦੇ ਜਿੱਥੇ ਉਹ ਪਹਿਲਾਂ ਕਰਦੇ ਸੀ ਜਦੋਂ ਉਹ ਇੱਕ ਦੂਸਰੇ ਦੇ ਨਾਲ ਹਜੇ ਡੇਟਿੰਗ ਕਰ ਰਹੇ ਸੀਗੇ, ਇੱਕ ਦੂਸਰੇ ਨੂੰ ਸ਼ਾਦੀ ਤੋਂ ਪਹਿਲੇ ਦੇਖ ਰਹੇ ਸੀ। ਉਹ ਲਾਈਕਿੰਗ ਡਿਸਲਾਈਕਿੰਗ ਜੇ ਉਹਨਾਂ ਦੇ ਵਿੱਚ ਬਰਕਰਾਰ ਨਹੀਂ ਰਹੀ ਤੇ ਉਹਨਾਂ ਦੀ ਸ਼ਾਦੀ ਜਿਹੜੀ ਆ ਉਹ ਬਹੁਤ ਕਮਜ਼ੋਰ ਪੜ ਜਾਏਗੀ। ਚਲੋ ਇਹ ਤੇ ਟਿਪਸ ਨੇ, ਪਰ ਹੁਣ ਅਸੀਂ ਇਹ ਦੇਖਣਾ ਕਿ ਵੈਨ ਵੂਮਨ ਇਜ਼ ਨੋਟ ਫਰੋਮ ਗॉड, ਕਿਉਂਕਿ ਅਸੀਂ ਸਿਸਟੈਨਿਕ ਮੈਰਿਜ ਦੀ ਗੱਲ ਵੀ ਕਰ ਰਹੇ ਕਿ ਕਿਸ ਤਰ੍ਹਾਂ ਦੀ ਅਸੀਂ ਸਟੈਨਿਕ ਲਾਈਫ ਕੇ ਸ਼ੈਤਾਨ ਕਿਸ ਤਰ੍ਹਾਂ ਖੁਦ ਮੈਰਿਜਸ ਦੇ ਵਿੱਚ ਆ ਕੇ ਇੱਥੇ ਤਾਂ ਅਸੀਂ ਹਸਬੈਂਡ ਵਾਈਫ ਦੇ ਡਾਇਰੈਕਟਲੀ ਇੱਕ ਦੂਸਰੇ ਦੀਆਂ ਗਲਤੀਆਂ ਕਮਜ਼ੋਰੀਆਂ ਜਿਹੜੀਆਂ ਉਹਨਾਂ ਦੇ ਉੱਤੇ ਨਿਗਾਹ ਮਾਰੀ ਸੀ। ਹੁਣ ਅਸੀਂ ਇਹ ਦੇਖਣਾ ਕਿ ਸ਼ੈਤਾਨ ਕਿਸ ਤਰ੍ਹਾਂ ਕੁੜੀ ਦੇ ਰਾਹੀਂ ਜਿਹੜਾ ਨਾ ਉਹ ਇਫੈਕਟ ਕਰਦਾ ਉਹਦੀ ਮੈਰਿਜ ਨੂੰ। Anyone wanting to better know women can pretty much look into King Solomon's experience. In addition to having many wives, he was extremely intelligent man who certainly had ability to understand them well. Even if he were not intelligent enough to understand them, his experience would certainly not let him down. ਕਿ ਇੱਥੇ ਕਿ ਔਰਤਾਂ ਦੇ ਬਾਰੇ ਦੇ ਵਿੱਚ ਕਿੰਗ ਸੋਲੋਮਨ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ ਕਿਉਂਕਿ ਉਹਨੇ
1000 ਵਾਈਫ ਸੀਗੀਆਂ ਉਹਦੇ ਕੋਲ, 700 ਵਾਈਫ ਤੇ 100 ਜਿਹੜੀਆਂ ਕੰਕੁਬਾਈਨਸ ਜਿਹਨੂੰ ਸੁਰੀਤਾ ਕਹਿੰਦੇ। ਅਸੀਂ ਪਹਿਲੇ ਵੀ ਡਿਸਕਸ ਕੀਤਾ ਸੀ, ਪਰ ਇਹਦੇ ਵਿੱਚ ਵੀ ਜ਼ਰੂਰੀ ਹੈ ਕਿਉਂਕਿ ਅਸੀਂ ਗੱਲ ਕਰ ਰਹੇ ਕਿ ਕਿਹੜੀ ਜਦੋਂ ਵੂਮਨ ਖੁਦਾ ਪ੍ਰਸਤ ਨਾ ਹੋਏ। ਅਸੀਂ ਇੱਥੇ ਦੇਖਦੇ ਕਿ ਪ੍ਰੋਵਰਬ 21 ਦੀ 9ਵੀਂ ਆਇਤ ਨੂੰ ਦੇਖਣ ਲੱਗਿਆ, better to dwell in a corner of house top than in a house shared with a contagious woman। ਇੱਥੇ ਜਿਹੜੀਆਂ ਕਹਾਵਤਾਂ ਆ ਪ੍ਰੋਵਰਬ, ਉਹ ਕਹਿੰਦਾ ਹੈ ਕਿ ਜਿਹੜੀ ਹਰ ਵੇਲੇ ਲੜਾਈ ਕਰਨ ਵਾਲੀ ਔਰਤ ਨਾਲੋਂ ਤੁਹਾਨੂੰ ਛੱਤ ਦੇ ਇੱਕ ਕੋਰਨਰ ਦੇ ਵਿੱਚ ਜਾ ਕੇ ਇਕੱਲੇ ਬਹਿ ਰਹਿਣਾ ਚੰਗਾ। ਇਹ ਆਪਣੇ ਵੱਲੋਂ ਇੱਥੇ ਮਤਲਬ ਸਲਾਹ ਦਿੱਤੀ ਆ ਕਿੰਗ ਸੋਲੋਮਨ ਨੇ ਆਦਮੀਆਂ ਨੂੰ। ਪਰ ਇੱਥੇ ਅਸੀਂ ਇਹ ਦੇਖਣਾ ਕਿ ਉਹ ਜਿਹੜੀਆਂ ਵੀ ਔਰਤਾਂ ਦੀ ਗੱਲ ਕਰ ਰਿਹਾ, ਕਿਉਂਕਿ ਅਗਰ ਉਹਦੇ ਕੋਲ 1000 ਵਾਈਫ ਨੇ ਤੇ ਜਿਨ੍ਹਾਂ ਦੀ ਉਹ ਗੱਲ ਕਰ ਰਿਹਾ ਉਹ 1000 ਵਾਈਫ ਆਪਣੇ ਹਸਬੈਂਡ ਤੋਂ ਖੁਸ਼ ਤੇ ਨਹੀਂ ਹੋ ਸਕਦੀਆਂ ਕਿ ਉਹਨਾਂ ਦਾ ਹਸਬੈਂਡ ਜਿਹੜਾ 1000 ਟੁਕੜਿਆਂ 'ਚ ਵੰਡਿਆ ਹੋਇਆ ਹੈ ਨਾ। ਸੋ ਇੱਥੇ ਅਸੀਂ ਦੇਖਣਾ ਕਿ ਕੀ ਇਸ ਤਰ੍ਹਾਂ ਦੀ ਜਿਹੜੀ ਰਿਸ਼ਤਾ ਆ 1000 ਵਾਈਫਾਂ ਵਾਲਾ, ਜਾਂ ਫਿਰ 10 ਵਾਈਫ ਵਾਲਾ, ਜਾਂ ਇਵਨ 3 ਵਾਈਫਾਂ ਵਾਲਾ, ਜਾਂ 2 ਵਾਲਾ, ਕੀ ਇਹ ਖੁਦਾ ਵੱਲੋਂ? ਇਹ ਅਸੀਂ ਅੱਜ ਦੇਖਣ ਜਾ ਰਹੇ ਹਾਂ। better to dwell in the wilderness than with a contentious and angry woman। ਫਿਰ ਉੱਥੇ ਇਹ ਵੀ ਕਿਹਾ ਗਿਆ ਕਿ ਉਹ ਕਹਿੰਦਾ ਜੰਗਲ ਵਿੱਚ ਭਾਵੇਂ ਚਲੇ ਜਾਓ, ਪਰ ਜਿਹੜੀ ਤੁਹਾਨੂੰ ਹਮੇਸ਼ਾ ਦੁੱਖ ਦੇਣ ਵਾਲੀ ਗੁੱਸੇ ਵਾਲੀ ਔਰਤ ਆ ਉਹਦੇ ਨਾਲੋਂ। ਕਿਉਂ? ਕਿਉਂਕਿ ਇੱਥੇ ਇਹ ਨਹੀਂ ਦੱਸਿਆ ਗਿਆ ਕਿ ਤੁਸੀਂ ਕੀ ਕੀਤਾ ਆ ਇਹੋ ਜਿਹਾ ਜਿਹੜਾ ਇਨ ਆਰਡਰ ਟੂ ਕ੍ਰੀਏਟ ਦ ਸਿਚੁਏਸ਼ਨ ਜਿੱਥੇ ਚਲੀ ਗਈ ਆ, ਉਦੋਂ ਤੱਕ ਕਿ ਤੁਸੀਂ ਕੀ ਕੀਤਾ। The wise woman built her house, but the foolish pulls it down with her hands। ਅਸੀਂ ਇੱਥੇ ਹੀ ਕਹਾਵਤਾਂ ਜਿਹਨੂੰ ਪ੍ਰੋਵਰਬ ਕਹਿੰਦੇ ਆ ਉਹਦੇ 14ਵੇਂ ਚੈਪਟਰ ਦੀ ਪਹਿਲੀ ਆਇਤ ਦੇਖਦੇ ਆ ਕਿ ਸਿਆਣੀ ਔਰਤ ਆਪਣੇ ਘਰ ਨੂੰ ਹੌਲੀ ਹੌਲੀ ਤਿਨਕਾ ਕਰਕੇ ਇੱਕ ਆਲਣੇ ਦੀ ਤਰ੍ਹਾਂ ਬਣਾ ਲੈਂਦੀ ਆ, ਤੇ ਜਿਹੜੀ ਬੇਵਕੂਫ ਆ ਉਹ ਉਹਨੂੰ ਉਜਾੜ ਦਿੰਦੀ ਆ। ਹੁਣ ਅਸੀਂ ਇੱਥੇ ਦੇਖਣਾ ਕਿ ਸਿਆਣਪ ਜਿਹੜੀ ਆ ਕਿ ਉਹਨੂੰ ਤਿਨਕਾ ਕਰਕੇ ਬਣਾਉਣ ਵਿੱਚ ਆ ਜਾਂ ਫਿਰ ਉਹਨੂੰ ਇੱਕੋ ਵਾਰੀ ਉਜਾੜ ਦੇਣ ਦੇ ਵਿੱਚ ਆ। ਅਸੀਂ ਇਹ ਵੀ ਦੇਖਣਾ ਕਿ ਕੀ ਇਸ ਘਰ ਦੀ ਗੱਲ ਖੁਦਾ ਕੀ ਕਰ ਰਿਹਾ ਕਿ ਸਾਡੇ ਜ਼ਮੀਨੀ ਘਰ ਦੀ ਗੱਲ ਸਾਨੂੰ ਸਮਝ ਦਿੱਤੀ ਗਈ ਆ ਜਾਂ ਸਾਡੇ ਅਸਮਾਨੀ ਘਰ ਦੀ ਗੱਲ ਕੀਤੀ ਆ। ਜਿਹੜੀ ਸਿਆਣੀ ਕੁੜੀ ਆ ਉਹ ਅਸਮਾਨ ਵਾਲਾ ਜਿਹੜਾ ਉਹਦਾ ਘਰ ਆ ਉਹ ਤਿਨਕਾ ਕਰਕੇ ਬਣਾ ਲੈਂਦੀ ਆ, ਤੇ ਜ਼ਮੀਨੀ ਘਰ ਜਿਹੜਾ ਉਹ ਮਤਲਬ ਉਹ ਬਣਾ ਲੈਂਦੀ ਆ। ਤੇ ਜਿਹੜੀ ਬੇਵਕੂਫ ਉਹਨੂੰ ਕਹਿੰਦੇ ਕਿ ਜ਼ਮੀਨੀ ਘਰ ਵੀ ਉਹ ਨਹੀਂ ਬਣਾ ਪਾਉਂਦੀ, ਤੇ ਜਿਹੜਾ ਉਹਦਾ ਅਸਮਾਨੀ ਘਰ ਆ ਉਹ ਵੀ ਨਹੀਂ ਬਣਾ ਪਾਉਂਦੀ। ਇੱਥੇ ਇੱਕ ਹੋਰ ਸਭ ਤੋਂ ਵੱਡੀ ਚੀਜ਼ ਜਿਹੜੀ ਅਸੀਂ ਦੇਖਣੀ ਆ, the biggest problem of the woman who does not fear God is not her bad temper or mood. The biggest problem is when she becomes a tool in Satan's hand। ਇੱਥੇ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਆ ਉਹ ਇਹ ਨਹੀਂ ਆ ਕਿ ਔਰਤ ਅੱਜ ਪੜ੍ਹ ਗਈ ਆ ਜਾਂ ਅੱਜ ਉਹ ਸਾਰਾ ਕੁਛ ਜਿਹੜਾ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਆ, ਪਰ ਅਗਰ ਉਹਦੇ ਕੋਲੇ ਖੁਦਾ ਦਾ ਡਰ ਨਹੀਂ ਆ, ਅਗਰ ਉਹਦੇ ਕੋਲੇ ਖੁਦਾ ਖੌਫੀ ਨਹੀਂ ਆ, ਖੁਦਾ ਦੇ ਕੋਲੋਂ ਡਾਇਰੈਕਸ਼ਨ ਉਹ ਨਹੀਂ ਲੈ ਰਹੀ, ਅਗਰ ਉਹ ਹਰ ਆਪਣੇ ਫੈਸਲੇ ਵਿੱਚ ਖੁਦਾ ਨੂੰ ਨਹੀਂ ਮੁੱਖ ਰੱਖ ਰਹੀ, ਖੁਦਾ ਦੀ ਮਰਜ਼ੀ ਦੇ ਵਿੱਚੋਂ ਆਪਣੀ ਮਰਜ਼ੀ ਦਾ ਬਲੀਦਾਨ ਖੁਦਾ ਦੀ ਮਰਜ਼ੀ ਦੇ ਮੂਹਰੇ ਨਹੀਂ ਕਰ ਰਹੀ, ਤੇ ਫਿਰ ਕੀ ਆ? ਫਿਰ ਉਹ ਸ਼ੈਤਾਨ ਦੇ ਹੱਥਾਂ ਦੇ ਵਿੱਚ ਇੱਕ ਹਥਿਆਰ ਬਣ ਜਾਂਦੀ ਆ। ਅਗਰ ਕੀ ਉਹ ਨਹੀਂ ਕਰਦੀ, ਅਗਰ ਉਹ ਆਪਣੇ ਹਰ ਫੈਸਲੇ ਦੇ ਵਿੱਚ ਖੁਦਾ ਦੀ ਮਰਜ਼ੀ ਤੇ ਖੁਦਾ ਖੌਫੀ ਨਹੀਂ ਰੱਖਦੀ, ਤੇ ਉਹ ਸ਼ੈਤਾਨ ਦੇ ਹੱਥਾਂ ਦੇ ਵਿੱਚ ਇੱਕ ਟੂਲ ਬਣ ਜਾਂਦੀ ਆ। The worst is the woman who has evil plans and does not rest until she executes them. She's aware of how deadly she is to those who gets close to her, and looking for others she detest that fear of the Lord in order to pair up with them. The Spirit of God describes her। ਅਸੀਂ ਇੱਥੇ ਦੇਖਦੇ ਹਾਂ, for at a window of my house I looked thou my lattice and saw among the simple I perceived among the youth a young woman devoid of understanding passing along the street near her corner। ਇੱਥੇ ਗੱਲ ਉਹੀ ਜਿਹੜੀਆਂ ਕਹਾਵਤਾਂ ਪ੍ਰੋਵਰਬ 7ਵੇਂ
ਪ੍ਰੋਵਰਬ 7ਵੇਂ ਦੀ 6ਵੀਂ ਤੋਂ ਲੈ ਕੇ 27ਵੀਂ ਆਇਤ ਜਿਹੜੀ ਆ ਉਹ ਤੁਸੀਂ ਪੜ੍ਹ ਸਕਦੇ ਹੋ। ਪ੍ਰੋਵਰਬ ਕਹਾਵਤਾਂ ਜਿਹਨੂੰ ਮਿਸਾਲ ਕਹਿੰਦੇ ਆ, ਉਹਦੀ ਤੁਸੀਂ ਉਹਦੇ ਜਿਹੜਾ 7ਵਾਂ ਚੈਪਟਰ ਉਹਦੀ 6ਵੀਂ ਆਇਤ ਤੋਂ ਲੈ ਕੇ 27ਵੀਂ ਆਇਤ ਤੱਕ ਤੁਸੀਂ ਜ਼ਰੂਰ ਪੜ੍ਹਨਾ। ਇੱਥੇ ਕੀ ਹੈ ਕਿ ਜਿਹੜੀ ਮਤਲਬ ਔਰਤ ਪਹਿਲਾਂ ਪਲਾਨ ਬਣਾਉਂਦੀ ਆ, ਸ਼ੈਤਾਨੀ ਪਲਾਨ, ਕਿ ਮੈਂ ਕਿਸ ਤਰ੍ਹਾਂ ਉਹਨੂੰ ਤੋੜਨਾ ਆ, ਕਿਸ ਤਰ੍ਹਾਂ ਫਿਰ ਆਪਣਾ ਸਿੱਕਾ ਉੱਥੇ ਬਰਕਰਾਰ ਕਰਨਾ ਆ, ਕਿਸ ਤਰ੍ਹਾਂ ਮੈਂ ਉਹਨੂੰ ਖੁਦਾ ਤੋਂ ਦੂਰ ਕਰਨਾ ਆ ਆਪਣੇ ਚਾਰਮਸ ਦੇ ਨਾਲ, ਕਿ ਉਹ ਆਪਣੇ ਵਿਛਾਏ ਹੋਏ ਜਾਲ ਦੇ ਵਿੱਚ ਉਹ ਖੁਦ ਹੀ ਡਿੱਗ ਪੈਂਦੀ ਆ। ਕਿਉਂਕਿ ਅਗਰ ਉਹ ਖੁਦਾ ਨੂੰ ਛੱਡ ਕੇ ਸ਼ੈਤਾਨ ਦੇ ਨਾਲ ਉਹਦਾ ਜੋਟੀਦਾਰ ਹੈ, ਤੇ ਫਿਰ ਉਹ ਕਦੀ ਵੀ ਖੁਦਾ ਉਹਨੂੰ ਸ਼ੈਤਾਨ ਦੇ ਕੋਲੋਂ ਨਹੀਂ ਖਿੱਚ ਕੇ ਲੈ ਕੇ ਆਵੇਗਾ। ਕਿਉਂਕਿ ਇਹ ਕੰਮ ਉਹਦੀ ਚੋਣ ਨੇ ਪਹਿਲੇ ਕਰ ਦਿੱਤਾ, ਕਿ ਉਹਨੇ ਖੁਦਾ ਨੂੰ ਛੱਡ ਕੇ ਕੀ ਕੀਤਾ, ਸ਼ੈਤਾਨ ਨੂੰ ਚੁਣ ਲਿਆ। ਕਿਉਂਕਿ ਅਸੀਂ ਗੱਲ ਸੈਟੈਨਿਕ ਮੈਰਿਜ ਲਾਈਫ ਦੇ ਵਿੱਚ ਦੀ ਕਰ ਰਹੇ ਕਿ ਜਿਹੜੀ ਮੈਂ ਹੁਣ ਜ਼ਿਕਰ ਕਰਕੇ ਹਟੀ ਹਾਂ, ਕਿ ਜਿਹੜੀ ਔਰਤ ਨਹੀਂ ਫਿਕਰ ਕਰਦੀ ਆਪਣੀ ਸੋਲ ਦਾ, ਆਪਣੀ ਸੈਲਵੇਸ਼ਨ ਦਾ, ਆਪਣੀ ਨਜਾਤ ਦਾ, ਉਹ ਕੀ ਕਰਦੀ, ਸ਼ੈਤਾਨ ਦੇ ਹੱਥਾਂ ਵਿੱਚ ਇੱਕ ਹਥਿਆਰ ਹੁੰਦੀ ਆ। ਇੱਥੇ ਫਿਰ ਅਸੀਂ ਐਕਸਕਲੇਸ਼ਨ ਵਾਈਜ਼ ਇਹਦੇ 7ਵੇਂ ਚੈਪਟਰ ਦੀ 26ਵੀਂ ਆਇਤ ਜਿਹੜੀ ਉਹਨੂੰ ਦੇਖਣੇ ਆ। And I find more bitter than death the woman who is a trap, her heart is a net and her hands chains. The one who pleases God will escape her, but the sinner will be captured by her. ਇੱਥੇ ਵਾਇਸ ਦੀ 7ਵੇਂ ਚੈਪਟਰ ਦੀ 26ਵੀਂ ਆਇਤ 'ਚ ਕਿਹਾ ਆ ਕਿ ਮੌਤ ਨਾਲੋਂ ਵੀ ਘਿਨਾਉਣੀ ਉਹ ਔਰਤ ਤੇ ਉਹਦਾ ਦਿਲ ਤੇ ਉਹਦੇ ਹੱਥ ਆ, ਪਰ ਜਿਹੜਾ ਖੁਦਾ ਪ੍ਰਸਤ ਆ ਪਰਸਨ, ਉਹ ਜ਼ਰੂਰ ਉਹਦੇ ਜਾਲ ਤੋਂ ਬਚ ਨਿਕਲੇਗਾ। ਜਿਹੜਾ ਨਹੀਂ ਖੁਦਾ ਪ੍ਰਸਤ, ਉਹ ਉਹਦੇ ਵਿੱਚ ਫਸ ਜਾਵੇਗਾ ਤੇ ਉਹਦੇ ਗੁਨਾਹ ਦਾ ਹਿੱਸਾ ਬਣ ਜਾਏਗਾ। ਇੱਥੇ ਅਸੀਂ ਦੇਖ ਰਹੇ ਹਾਂ ਪੁਰਾਣਾ ਜਿਹੜਾ ਅਹਿਦਨਾਮਾ ਆ ਉਹਦੇ ਬਾਰੇ ਦੇ ਵਿੱਚ ਵੀ ਅਸੀਂ ਕੁਝ ਗੱਲ ਕਰਾਂਗੇ। ਤੈਮੂਜ਼ ਦੀ ਇਹਦਾ ਜ਼ਿਕਰ ਜਿਹੜਾ ਨਾ, his mother Nimrod was a hunter and a sorcerer. Under his guidance, astrology was developed. He created the foundation of both black and white magic and was possessed by a legion of demons. His grandfather's brother Shem killed him in an attempt to end his cursed practices. ਅਸੀਂ ਇੱਥੇ ਬਾਬੁਲ ਦਾ ਜ਼ਿਕਰ ਕਰ ਰਹੇ ਹਾਂ, ਬੈਬੀਲੋਨ ਦਾ ਜਿਹਨੂੰ ਆਪਾਂ ਕਹਿੰਦੇ ਹਾਂ। ਅਸੀਂ ਉਹਦੇ 'ਚ ਦੇਖਦੇ ਹਾਂ ਕਿ ਐਕਸਟ੍ਰੀਮਸ ਜਿਹੜੀਆਂ ਉਹ ਕਿਸ ਤਰ੍ਹਾਂ ਹੋਈਆਂ। ਦੇਖਦੇ ਕਿ ਜਿਹੜਾ ਨਿਮਰੋਦ ਸੀਗਾ, ਜਦੋਂ ਜਿਹੜੀ ਹੈਗੀ ਨੋਆ ਦੇ ਵਕਤ ਦੇ ਉੱਤੇ ਜਦੋਂ ਹੜ੍ਹ ਜਿਹੜਾ ਉਹਦਾ ਅੰਤ ਹੋਇਆ, ਤੇ ਨਿਮਰੋਦ ਦੀ ਜਿਹੜੀ ਮਾਂ ਆ ਉਹੀ ਉਹਦੀ ਵਾਈਫ ਬਣਦੀ ਆ, ਕੁਈਨ ਹੁੰਦੀ ਆ। ਇਟ ਵਾਜ਼ ਦ ਹੈਡਕੁਆਰਟਰਸ ਆਫ ਦ ਸਟੈਨਿਕ ਕਲਟ। ਅਸੀਂ ਦੇਖਦੇ ਕਿ ਨਿਮਰੋਦ ਜਿਹੜਾ ਉਹ ਜਾਦੂ ਕਰਨ ਦਾ, ਤੇ ਉਹ ਇੱਕ ਗੜ ਸੀ, ਐਸਟਰੋਲੋਜੀ ਵਗੈਰਾ ਸਾਰੇ ਜਿੰਨੇ ਕਾਲੇ ਚਿੱਟੇ ਜਾਦੂ ਉਹ ਉਹਦੇ ਤੋਂ ਕਾਇਮ ਹੋਏ, ਉਹਦੇ ਤੋਂ ਆਏ। ਸਾਰੀਆਂ ਸ਼ੈਤਾਨੀਆਂ ਦੀ ਪ੍ਰੈਕਟਿਸਿਸ ਉਹਨੇ ਕੀਤੀ ਬਾਬਲ ਦੇ ਵਿੱਚ। ਉਹਨੇ ਮਤਲਬ ਸ਼ੈਤਾਨੀ ਕੰਮ ਜਿਹੜਾ ਉਹਨੇ ਕੰਟੀਨਿਊ ਕੀਤਾ। ਐਂਡ ਉਹਨਾਂ ਹੀ ਨਾ ਉਹਨੂੰ ਬਾਲ ਕਹਿ ਕੇ ਬੁਲਾਇਆ, ਕਿ ਉਹਨੂੰ ਸੂਰਜ ਦਾ ਦੇਵਤਾ ਕਿਹਾ। ਐਂਡ ਉਹਦੇ ਕੋਲੋਂ ਉਹ ਹਮਲਾ ਵੀ ਹੋਈ, ਤੇ ਫਿਰ ਉਹਨੇ ਕਿਹਾ ਕਿ ਮੈਂ ਹਜੇ ਵੀ ਵਰਜਨ ਹਾਂ। ਐਂਡ ਉਹਨੇ ਬਰਥ ਦਿੱਤਾ ਜਿਹੜੇ ਬੱਚੇ ਨੂੰ, ਉਹਦਾ ਨਾਂ ਉਹਨੇ ਰੱਖਿਆ ਤਮੂਜ਼, ਜਿਹੜਾ ਕਿ ਬਾਅਦ ਵਿੱਚ ਨਿਮਰੋਦ ਰੀਬੋਰਨ ਹੋਇਆ। ਅਸੀਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ ਕਿ ਸੈਟੈਨਿਕ, ਕਿਉਂਕਿ ਅਸੀਂ ਸ਼ੈਤਾਨੀਅਤ ਦੀ ਗੱਲ ਕੀਤੀ ਆ ਕਿ ਸ਼ਾਦੀਆਂ ਦੇ ਵਿੱਚ ਸ਼ੈਤਾਨ ਦਾ ਜਿਹੜਾ ਉਹ ਪ੍ਰੈਕਟਿਸਿਸ ਕਿਸ ਤਰ੍ਹਾਂ ਸ਼ੁਰੂ ਹੋ ਜਾਂਦੀਆਂ ਜਦੋਂ ਅਸੀਂ ਖੁਦਾ ਦੇ ਨਾਲ ਆਪਣਾ ਆਪ ਨਹੀਂ ਜੋੜਦੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਹਿ ਕੇ ਆਈ ਹਾਂ, ਕਿਹਾ ਆ ਕਿ ਜਾਂ ਤੁਸੀਂ ਖੁਦਾ ਦੇ ਕੋਲੋਂ ਡਰੋਗੇ,
ਪਿਆਰ ਦੇ ਵਿੱਚ ਆਪਣਾ ਆਪ ਉਹਦੇ ਹਵਾਲੇ ਕਰੋਗੇ। ਅਗਰ ਇਹ ਨਹੀਂ ਕਰਦੇ ਤਾਂ ਤੁਸੀਂ ਸ਼ੈਤਾਨ ਦੀ ਆ ਜਿਹੜੀ ਚਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਉਹਨਾਂ ਦੇ ਵਿੱਚ ਘਿਰ ਜਾਓਗੇ। ਠੀਕ, ਹੁਣ ਅਸੀਂ ਗਿਣਤੀ ਦੇ 25ਵੇਂ ਚੈਪਟਰ ਦੀ ਪਹਿਲੀ ਤੋਂ ਲੈ ਕੇ ਜਿਹੜੀ ਤੀਸਰੀ ਆਇਤ ਅਸੀਂ ਦੇਖਣ ਲੱਗੇ ਹਾਂ। The people began to commit adultery, and the women of Moab, they invited the people to the sacrifices of their god, and the people ate and bowed down to their gods. Israel was joined to Baal of Peor, and the anger of the Lord was announced against Israel. ਕਿ ਆਸਟ੍ਰੇਲੀਅਨ ਦੇ ਉੱਤੇ ਜਿਹੜਾ ਖੁਦਾ ਦਾ ਕਹਿਰ ਆ ਉਹ ਇਸ ਤਰ੍ਹਾਂ ਜਾਗਿਆ ਕਿ ਮੁਆਬੀਆਂ ਦੀਆਂ ਜਿਹੜੀਆਂ ਮੁਆਬਣਾ ਔਰਤਾਂ ਸੀਗੀਆਂ। ਥੋੜ੍ਹੀ ਜਿਹੀ ਹਿਸਟਰੀ ਤੁਹਾਨੂੰ ਮੁਆਬ ਦੀ ਪਤਾ ਹੈ ਕਿ ਜਦੋਂ ਲੂਤ ਆਪਣੀ ਵਾਈਫ ਤੇ ਆਪਣੇ 2 ਬੇਟੀਆਂ ਦੇ ਨਾਲ ਬਾਹਰ ਨਿਕਲਿਆ, ਵਾਈਫ ਤਾਂ ਉਹਦੀ ਜਿਹੜੀ ਆ ਉਹ ਲੂਣ ਦਾ ਥੰਮ ਬਣ ਗਈ ਕਿਉਂਕਿ ਉਹਨੇ ਕਹਿਣਾ ਨਹੀਂ ਮੰਨਿਆ, ਪਰ ਉਹਦੀਆਂ ਬੇਟੀਆਂ ਉਹਦੇ ਨਾਲ ਇੱਕ ਗੁਫਾ ਦੇ ਵਿੱਚ ਉਹਨਾਂ ਨੇ ਉਹਦੇ ਨਾਲ ਸੰਗ ਕੀਤਾ। ਤੇ ਉਸ ਜਿਹੜੇ ਜਦੋਂ ਉਹਨਾਂ ਨੇ ਉਹਦੇ ਨਾਲ ਸੰਗ ਕੀਤਾ ਉਹਦੇ ਵਿੱਚੋਂ ਉਹਨਾਂ ਨੇ ਜਿਹੜੀ ਕੌਮ ਪੈਦਾ ਕੀਤੀ ਉਹਨੂੰ ਮੁਆਬ ਕਿਹਾ ਜਾਂਦਾ। ਤੇ ਜਿਹੜੀਆਂ ਮੁਆਬ ਦੀਆਂ ਅੱਗੇ ਜਾ ਕੇ ਔਰਤਾਂ ਉਹਨਾਂ ਦੇ ਉੱਤੇ ਖੁਦਾ ਦਾ ਜਿਹੜਾ ਕਹਿਰ ਉਹ ਬਹੁਤ ਭੜਕਿਆ। ਅਸੀਂ ਇਹਦੇ ਵਿੱਚ ਇਹ ਸਿੱਖ ਰਹੇ ਕਿਉਂਕਿ ਉਹ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਦੇਵੀ ਦੇਵਤੇ ਸੀ ਉਹਨਾਂ ਦੇ ਅੱਗੇ ਆਪਣੀਆਂ ਉਹ ਬਲੀਦਾਨ ਚੜਾਉਂਦੀਆਂ ਸੀ, ਸੈਕਰੀਫਾਈਸ ਕਰਦੀਆਂ ਸੀ ਤੇ ਉਹਨਾਂ ਦੇ ਅੱਗੇ ਝੁਕਦੀਆਂ ਸੀ। ਤੇ ਇਹਦੇ ਬਾਰੇ ਦੇ ਵਿੱਚ ਖੁਦਾ ਨੂੰ ਬਹੁਤ ਗੁੱਸਾ ਸੀ। ਤੇ ਅਸੀਂ ਇਹਦੇ ਵਿੱਚੋਂ ਇੱਕ ਇੰਟਰਸਟਿੰਗ ਚੀਜ਼ ਦੇਖਦੇ ਹਾਂ ਕਿ ਜਿਹੜੀ ਰੂਥ ਆ ਉਹ ਵੀ ਮੁਆਬਣ ਸੀ, ਪਰ ਜਦੋਂ ਖੁਦਾ ਬੁਰਾਈ ਵਿੱਚੋਂ ਭਲਾਈ ਪੈਦਾ ਕਰਨਾ ਜਾਣਦਾ ਐਂਡ ਉਹਨੇ ਰੂਥ ਨੂੰ ਨੋਮੀ ਦੇ ਬੇਟੇ ਦੇ ਨਾਲ ਜਦੋਂ ਦੀ ਸ਼ਾਦੀ ਹੁੰਦੀ ਆ ਤਾਂ ਉਸ ਦੀ ਸ਼ਾਦੀ ਤੋਂ ਬਾਅਦ ਵੀ ਵਾਪਸ ਉਹਨਾਂ ਲੋਕਾਂ ਕੋਲ ਨਹੀਂ ਜਾਂਦੀ ਕਿਉਂਕਿ ਉਹਨੇ ਭਲਾਈ ਜਿਹੜੀ ਕੀਤੀ ਆ ਆਪਣੀ ਸੱਸ ਨਾਲ, ਉਹਦਾ ਉਹਨੂੰ ਮੁਆਵਜ਼ਾ ਮਿਲਦਾ ਹੈ ਕਿ ਉਹ ਬੋਆਜ਼ ਨਾਲ ਉਹਦੀ ਸ਼ਾਦੀ ਹੁੰਦੀ ਆ। ਫਿਰ ਉਹਦੇ ਵਿੱਚੋਂ ਯੱਸੀ ਪੈਦਾ ਹੁੰਦਾ ਤੇ ਯੱਸੀ ਵਿੱਚੋਂ ਖੁਦਾਵੰਦ ਉਬੇਦ ਪੈਦਾ ਹੁੰਦਾ। ਜਦੋਂ ਉਹਦੀ ਬੋਆਜ਼ ਨਾਲ ਸ਼ਾਦੀ ਹੁੰਦੀ ਉਬੇਦ ਵਿੱਚੋਂ ਯੱਸੀ ਪੈਦਾ ਹੁੰਦਾ ਤੇ ਯੱਸੀ ਵਿੱਚੋਂ ਦਾਊਦ ਪੈਦਾ ਹੁੰਦਾ ਜਿਹੜਾ ਕਿ ਬਾਅਦ ਜਾ ਕੇ ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਆਪਾਂ ਜੀਨੀਓਲੋਜੀ ਦੇਖਦੇ ਉਹਦੇ ਨਾਲ ਕਨੈਕਟ ਹੁੰਦਾ। ਕਿਉਂਕਿ ਖੁਦਾ ਜਿਹੜੀ ਵੂਮਨ ਸੈਟੈਨਿਕ ਅਸੀਂ ਮੈਰਿਜ ਦੀ ਗੱਲ ਕੀਤੀ, ਜਦੋਂ ਉਹਦੇ ਵਿੱਚੋਂ ਵੀ ਉਹ ਭਲਾਈ ਪੈਦਾ ਕਰਨ ਜਾਣਦਾ, ਪਰ ਸਾਨੂੰ ਆਪਣੀ ਜ਼ਿੰਦਗੀ ਖੁਦਾ ਦੇ ਨਾਲ ਜੋੜ ਕੇ ਰੱਖਣ ਦੀ ਲੋੜ ਹੈ ਤਾਂ ਕਿ ਖੁਦਾ ਸਾਨੂੰ ਸਾਡੇ ਕੀਤੇ ਮੁਤਾਬਿਕ ਨਹੀਂ ਸਾਡੇ ਨਾਲ ਉਹ ਕਦੇ ਵੀ ਵਰਤਿਆ ਕਿਉਂਕਿ ਉਹ ਧਰਮੀ ਆ, ਉਹਦੇ ਜਿੰਨਾ ਧਰਮੀ ਰਾਸਤਬਾਜ਼ ਕੋਈ ਨਹੀਂ ਹੋ ਸਕਦਾ ਤੇ ਉਹ ਸਾਨੂੰ ਮੁਆਫ ਕਰਦਾ। ਰੂਥ ਜਿਹਦੀ ਮੈਂ ਗੱਲ ਕਰ ਰਹੀ ਹਾਂ ਇਹਦੇ ਪਹਿਲੇ ਚੈਪਟਰ ਦੀ ਪਹਿਲੀ ਤੋਂ ਲੈ ਕੇ 15ਵੀਂ ਆਇਤ ਤੁਸੀਂ ਦੇਖ ਸਕਦੇ ਆ ਕਿ ਉਹਦੀ ਸੱਸ ਕਹਿੰਦੀ ਕਿ ਤੇਰੀ ਜਠਾਣੀ ਚਲੀ ਗਈ ਹੈ ਨਾ ਵਾਪਸ ਤੇ ਤੂੰ ਵੀ ਚਲੇ ਜਾ। ਫਿਰ ਅਸੀਂ ਦੇਖਦੇ ਹਾਂ ਕਿ ਉਹ ਕਹਿੰਦੀ ਆ ਉਹਨੂੰ ਕਿ ਤੂੰ ਭਾਵੇਂ ਮੈਨੂੰ ਮਾਰ ਤੇ ਭਾਵੇਂ ਮੈਨੂੰ ਕੁੱਟ ਤੇ ਮੈਂ ਤੈਨੂੰ ਨਹੀਂ ਛੱਡਣਾ ਤੇ ਮੈਨੂੰ ਮੇਰੇ ਮੂਹਰੇ ਰੋਣਾ ਕਲਾਉਣਾ ਬੰਦ ਕਰ ਤੇ ਕਿਉਂਕਿ ਮੈਂ ਨਹੀਂ ਆਪਣੇ ਲੋਕਾਂ ਕੋਲ ਜਾਣਾ ਤੇ ਮੈਂ ਤੈਨੂੰ ਛੱਡਣਾ ਨਹੀਂ ਆ। ਤੂੰ ਜਿੱਥੇ ਮਰੇਂਗੀ ਉੱਥੇ ਮੈਂ ਮਰਨਾ ਤੇ ਮੈਂ ਉੱਥੇ ਦੱਬੀ ਜਾਊਂਗੀ। ਕਹਿੰਦੀ ਜੇ ਮੈਂ ਨਾ ਕਰਾਂ ਤਾਂ ਖੁਦਾ ਮੇਰੇ ਨਾਲ ਉਦੋਂ ਵੀ ਬੁਰਾ ਕਰੇ ਕਿ ਜੇ ਮੌਤ ਤੋਂ ਬਿਨਾਂ ਕੋਈ ਹੋਰ ਚੀਜ਼ ਮੈਨੂੰ ਤੇਰੇ ਨਾਲੋਂ ਜੁਦਾ ਕਰੇ। ਹੁਣ ਅਸੀਂ ਦੇਖਦੇ ਹਾਂ ਕਿ ਨੋਮੀ ਜਿਹੜੀ ਉਹਦੀ ਸੱਸ ਸੀ ਉਹ ਕਿੰਨੀ ਖੁਸ਼ਕਿਸਮਤ ਸੀ ਜਿਹਨੂੰ ਉਹ ਐਜ਼ ਨੂੰਹ ਦੇ ਰੂਪ 'ਚ ਮਿਲੀ ਤੇ ਆਪਾਂ ਵਾਈਸ ਵਰਸਾ ਕਹਾਂਗੇ ਕਿ ਰੂਥ ਕਿੰਨੀ ਖੁਸ਼ਕਿਸਮਤ ਸੀ ਜਿਹਨੂੰ ਨੋਮੀ ਸੱਸ ਦੇ ਰੂਪ 'ਚ ਮਿਲੀ ਕਿਉਂਕਿ ਉਹਦੇ ਲਈ ਆਪਣੇ ਪੇਕਿਆਂ ਦੇ ਨਾਲ ਉਹ ਲੜ ਗਈ ਤੇ ਉਹਦੇ ਵਿੱਚੋਂ ਉਹਨੇ ਬੋਆਜ਼ ਦੇ ਨਾਲ ਉਹਦੀ ਸ਼ਾਦੀ ਕਰਵਾਈ। ਸੋ ਇਸੇ ਤਰ੍ਹਾਂ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਲੋਡ ਲੂਕਾ 10ਵੇਂ ਦੀ 40ਵੀਂ ਆਇਤ ਅਸੀਂ ਮਾਰਥਾ ਦਾ ਜ਼ਿਕਰ ਕਰਨ ਜਾ ਰਹੇ ਹਾਂ। Lord, do not care that my sister has left me to serve alone. Therefore, tell her to help me. ਤੇ ਦੇਖੋ ਮਾਰਥਾ ਕੀ ਕਹਿੰਦੀ ਹੈ, ਕਹਿੰਦੀ ਖੁਦਾਵਾਂ ਦੇ ਖੁਦਾ ਕਹਿੰਦੀ ਤੂੰ ਦੇਖ ਨਹੀਂ ਰਿਹਾ ਕਿ ਮੇਰੀ ਭੈਣ ਨੇ ਮੈਨੂੰ ਸਾਰਾ ਕੰਮ ਕਰਨ ਨੂੰ ਇਕੱਲੀ ਛੱਡਿਆ ਹੈ ਤੇ ਕਹਿੰਦੀ ਉਹਨੂੰ ਕਹਿਣਾ ਕਿ ਉਹ ਵੀ ਮੇਰੇ ਨਾਲ ਜਿਹੜੀ ਥੋੜੀ ਬਹੁਤ ਮਦਦ ਕਰਾਵੇ ਕਿ ਖੁਦਾਵੰਦ ਯਿਸੂ ਮਸੀਹ ਤੋਂ ਸਾਨੂੰ ਨਜ਼ਰ ਆ ਰਿਹਾ ਕਿ
ਉਹਨਾਂ ਦਾ ਉਹਨਾਂ ਨਾਲ ਡਾਢਾ ਪਿਆਰ ਸੀ। ਉਹਨਾਂ ਦੇ ਘਰ ਦੇ ਵਿੱਚ ਹੀ ਉਹ ਬੈਠਦੇ ਉੱਠਦੇ ਸੀ। ਸਾਰੇ ਜਿਹੜੇ ਲੋਕੀ ਆਉਂਦੇ ਸੀ ਖੁਦਾਵੰਦ ਯਿਸੂ ਮਸੀਹ ਜਿਨ੍ਹਾਂ ਦੀ ਸੰਗਤ ਦੇ ਦੌਰਾਨ ਉਹਨਾਂ ਨੂੰ ਸ਼ਿਫਾਵਾਂ ਹੁੰਦੀਆਂ ਸੀ, ਤੇ ਉਹ ਜ਼ਾਹਿਰ ਹੈ ਕਿ ਉਹਨਾਂ ਦੀ ਸੇਵਾ ਆਪਾਂ ਕਰਦੇ ਸੀ ਉਹ। ਤੇ ਉਹ ਕਹਿੰਦੀ ਆ ਕਿ ਉਹਨੂੰ ਕਹਿਣਾ ਕਿ ਉਹ ਵੀ ਮੇਰੇ ਨਾਲ ਕੰਮ ਕਰਵਾਵੇ। ਇੱਥੇ ਖੁਦਾ ਦਾ ਜਵਾਬ ਦੇਖੋ, ਲੂਕਾ 10ਵੇਂ ਦੀ 41ਵੀਂ ਤੇ 42ਵੀਂ ਆਇਤ ਦੇ ਵਿੱਚ, ਮਾਰਥਾ ਮਾਰਥਾ, you are worried and troubled about many things, but just one thing is needed, and Mary has chosen that good part which will not be taken away from her। ਖੁਦਾਵੰਦ ਉਹਨੂੰ ਕੀ ਕਹਿੰਦੇ ਕਹਿੰਦੇ ਮਾਰਥਾ ਤੂੰ ਦੁਨਿਆਵੀ ਚੀਜ਼ਾਂ ਦੀ ਇੰਨੀ ਫਿਕਰ ਕਰੀ ਜਾ ਰਹੀ ਆ ਕਿ ਫਲਾਣੇ ਨੇ ਫਲਾਣੇ ਨੂੰ ਗਿਫਟ ਨਹੀਂ ਦਿੱਤਾ, ਫਲਾਣੇ ਨੂੰ ਆਹ ਕੀਤਾ, ਫਲਾਣੇ ਨੇ ਉਹਦੀ ਸੇਵਾ ਨਹੀਂ ਠੀਕ ਤਰ੍ਹਾਂ ਕੀਤੀ। ਤੇ ਕਹਿੰਦਾ ਮੈਰੀ ਨੇ ਆਪਣੇ ਲਈ ਵਧੀਆ ਜਗ੍ਹਾ ਚੁਣ ਲਈ ਆ, ਉਹ ਕਦੀ ਉਹਦੇ ਕੋਲ ਅਲੱਗ ਨਹੀਂ ਕੀਤੀ ਜਾਏਗੀ। ਸੋ ਅਸੀਂ ਇੱਥੇ ਇਹ ਸਿੱਖਿਆ ਕਿ ਖੁਦਾ ਜਿਹੜਾ ਨਾ ਉਹ ਸਿਖਾਉਂਦਾ ਉਹਨਾਂ ਨੂੰ ਜਿਹੜੇ ਸਿੱਖਣ ਦੀ ਕੁਦਰਤ ਰੱਖਦੇ ਆ। ਐਂਡ ਅਸੀਂ ਮੈਥਿਊ 13ਵੇਂ ਦੀ 54ਵੀਂ ਤੇ 56ਵੀਂ ਆਇਤ ਵਿੱਚ ਵੀ ਦੇਖਦੇ ਹਾਂ ਕਿ ਜਿਹੜੀ ਮੈਰੀ ਦੀ ਬਲੈਸਿੰਗ ਆ ਉਹ ਭਰਪੂਰ ਹੋਈ ਸਾਨੂੰ ਉਹਦੀ ਮੈਰਿਜ ਵੀ ਨਜ਼ਰ ਆਉਂਦੀ ਆ ਤੇ ਉਹ ਉਹਦੇ ਪਰਿਵਾਰ ਵਿੱਚ ਵੀ ਨਜ਼ਰ ਆਉਂਦੀ ਆ। ਕਿਸ ਤਰ੍ਹਾਂ? when she had come to his own country, he taught them in their synagogue, so that they were astonished and said, where did this man get this wisdom and these mighty works? Is this not the carpenter's son? Is not his mother called Mary, and his brothers James, Joseph, Simon and Judas, and his sisters, and are not all with us? ਇੱਥੇ ਦੇਖਦੇ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਨਾਜ਼ਰਤ ਦੇ ਵਿੱਚ ਪ੍ਰੀਚ ਕਰ ਰਿਹਾ ਤੇ ਲੋਕੀ ਮੈਰੀ ਨੂੰ ਦੇਖ ਕੇ ਕਹਿ ਰਿਹਾ ਕਿ ਆ ਉਹ ਨਹੀਂ ਆ ਜਿਹੜੀ ਕਾਰਪੈਂਟਰ ਨੂੰ ਵਿਆਹੀ ਹੋਈ ਆ ਤੇ ਜਿਹਦਾ ਤੇ ਇਹਦਾ ਮੁੰਡਾ ਮਤਲਬ ਕਿਸ ਤਰ੍ਹਾਂ ਇੰਨੀ ਵੱਡੀ ਕੁਦਰਤ ਰੱਖਦਾ ਆ, ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਚੁਣੀ ਗਈ ਸੀ ਇੱਕ ਬਿਊਟੀਫੁਲ young pure woman who was chosen by God to get his son in order to sacrifice for us। ਉਹਨੂੰ ਚੁਣਿਆ ਗਿਆ। ਅਸੀਂ ਇਹਨੂੰ ਫਿਰ ਕੰਟੀਨਿਊ ਰੱਖਾਂਗੇ ਅਗਲੇ ਆਪਣੇ ਚੈਪਟਰ ਦੇ ਵਿੱਚ। ਅਸੀਂ ਅੱਜ ਜਿਹੜਾ ਸਿੱਖਿਆ ਕਿ ਜਿਹੜੀ ਸ਼ੈਤਾਨੀਅਤ ਸ਼ਾਦੀशुदा ਦੇ ਵਿੱਚ ਜ਼ਿੰਦਗੀ 'ਚ ਕਿੱਥੋਂ ਆ ਜਾਂਦੀ ਆ ਤੇ ਜਿਹੜੀ ਔਰਤ ਦੇ ਬਾਰੇ 'ਚ ਵੀ ਅਸੀਂ ਸਿੱਖਿਆ, ਆਦਮੀ ਦੇ ਬਾਰੇ ਵਿੱਚ ਵੀ ਸਿੱਖਿਆ। ਅਸੀਂ ਇਹਨੂੰ ਕੰਟੀਨਿਊ ਰੱਖਾਂਗੇ। ਮੈਂ ਆਸ ਕਰਦੇ ਹਾਂ ਕਿ ਅਸੀਂ ਇਹ ਜਿਹੜੇ ਚੈਪਟਰਸ ਅਸੀਂ ਸ਼ਾਦੀशुदा ਜ਼ਿੰਦਗੀ ਨੂੰ ਬਲੈਸ ਕਰਨ ਲਈ ਕਰ ਰਹੇ ਹਾਂ, ਤੁਸੀਂ ਉਹਨਾਂ ਤੋਂ ਢੇਰਾਂ ਬਰਕਤ ਪਾਓਗੇ। ਥੈਂਕ ਯੂ ਇਨ ਦ ਨੇਮ ਆਫ ਲਾਰਡ ਜੀਸਸ ਕ੍ਰਾਈਸਟ।